Like the video, subscribe to the channel and press the bell icon for latest video updates. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਹੁਣ ਤੋਂ ਥੋੜੀ ਦੇਰ ਬਾਅਦ ਦੀ ਖਬਰ ਹੈ। ਦੀਪ ਸਿੱਧੂ ਨੂੰ ਦਿੱਲੀ ਸਪੈਸ਼ਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜ਼ੀਰਕਪੁਰ ਤੋਂ। ਤੁਹਾਨੂੰ ਪਤਾ ਹੈਗਾ 26 ਜਨਵਰੀ ਦੀ ਲਾਲ ਕਿਲਾ ਹਿੰਸਾ ਤੋਂ ਕਥਿਤ ਮੁੱਖ ਦੋਸ਼ੀ ਵੱਲੋਂ ਦੀਪ ਸਿੱਧੂ ਦੀ ਤਲਾਸ਼ ਸੀਗੀ। ਇਹਨੂੰ ਜ਼ੀਰਕਪੁਰ ਤੋਂ ਗ੍ਰਿਫਤਾਰ ਕਰ ਲਿਆ ਹੈਗਾ। ਹੁਣ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਹਾਸਲ ਕੀਤਾ ਜਾਏਗਾ। ਤੁਹਾਨੂੰ ਇਹ ਘਟਨਾਕ੍ਰਮ ਪਤਾ ਹੈਗਾ ਕਿਵੇਂ 26 ਜਨਵਰੀ ਨੂੰ ਲਾਲ ਕਿਲੇ ਦਾ ਘਟਨਾਕ੍ਰਮ ਹੋਇਆ ਸੀ। ਕੁਛ ਇਹ ਵੀ ਪਹਿਲਾਂ ਕਿਹਾ ਜਾਂਦਾ ਸੀ ਇਹ ਏਜੰਸੀਆਂ ਦਾ ਬੰਦਾ ਹੈਗਾ। ਬਾਅਦ ਵਿੱਚ ਦਿੱਲੀ ਪੁਲਿਸ ਨੇ ਇਹਦੇ 'ਤੇ ਲੱਖਾ ਸਥਾਣਾ ਰਿਫਾਰਮ ਲਈ FIR ਦਰਜ ਕੀਤੀ ਸੀ। ਸਿੱਧੂ ਲਗਾਤਾਰ ਤੁਹਾਨੂੰ ਪਤਾ ਫੇਸਬੁੱਕ ਜ਼ਰੀਏ ਲਗਾਤਾਰ ਲੋਕਾਂ ਨਾਲ ਸੰਪਰਕ ਵਿੱਚ ਸੀ। ਆਪਣੇ ਆਪ ਨੂੰ ਜਸਟੀਫਾਈ ਕਰਨ ਦੀ ਇਹਨੇ ਕੋਸ਼ਿਸ਼ ਕੀਤੀ ਸੀ। ਨਾਲ ਇਹ ਥੋੜ੍ਹਾ ਜਿਹਾ ਅਪਸੈਟ ਸੀ ਵੀ ਪੰਜਾਬ ਦੇ ਲੋਕਾਂ ਨੇ ਇਹਨੂੰ ਗਦਾਰ ਕਿਹਾ ਹੈਗਾ ਜਾਂ ਕਿਸਾਨ ਲੀਡਰਾਂ ਨੇ ਵੀ ਗਦਾਰ ਕਿਹਾ। ਇਹਦੇ ਕਰਕੇ ਇਹ ਬੜਾ ਹੀ ਅਪਸੈਟ ਸੀ ਅਤੇ ਪੰਜਾਬੀਆਂ ਨਾਲ ਥੋੜ੍ਹਾ ਜਿਹਾ ਗਿਲਾ ਜ਼ਾਹਰ ਕਰ ਰਿਹਾ ਸੀ। ਇਸੇ ਸੰਬੰਧ ਵਿੱਚ ਬਹੁਤ ਸਾਰੇ MPs ਨੇ ਕਿਸਾਨੀ ਸਟਰਗਲ ਦੇ ਪੱਖ ਵਿੱਚ ਪਾਰਲੀਮੈਂਟ ਵਿੱਚ ਸਾਹਮਣੇ ਆਏ ਹੈਗੇ। ਉਹਨਾਂ ਨੇ ਬੜੇ ਲੌਜਿਕ ਨਾਲ ਲੋਕ ਸਭਾ ਅਤੇ ਰਾਜ ਸਭਾ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ ਹੈਗੇ ਆ। ਹਾਲਾਂਕਿ ਦੀਪ ਸਿੱਧੂ ਦੇ ਜਿਹੜੇ ਫੋਲੋਅਰ ਨੇ ਉਹਨਾਂ ਨੇ ਇਹਦੀ ਗ੍ਰਿਫਤਾਰੀ 'ਤੇ ਚਿੰਤਾ ਜ਼ਾਹਰ ਕੀਤੀ ਹੈਗੀ। सड़िया वो कील वो खाई सर मैं सरहद पे कभी गया नहीं हूं, लेकिन जो तस्वीरें सरहद की देखी हैं वो भी ऐसी नहीं देखी हैं। किससे लड़ रहे हैं आप? अपने किसानों से लड़ रहे हैं। और वो क्या कह रहे हैं? आपसे चांद नहीं मांग रहे हैं, अपना हकूक मांग रहे हैं। और हम में से किसी को यह मुगालता ना रहे, किसी को चाहे सत्ता पक्ष हो या प्रतिपक्ष हो, कि किसान और खेतीहर समाज की बेहतरी आप किसानों से बेहतर समझते हैं। नहीं, वो अपनी बेहतरी बेहतर समझते हैं। आप उनको समझाने चले तुम्हारे लिए हम कानून ला रहे हैं, बहुत बढ़िया कानून है। क्यों समझाने की जरूरत पड़ रही है? क्यों खालिस्तान पाकिस्तान टुकड़े टुकड़े एंगल लाने की जरूरत पड़ रही है? अरे हमारा लोकतंत्र बहुत मजबूत है, किसी के एक ट्वीट से कमजोर नहीं होगा। आपने विमर्श को कमजोर कर दिया है। इतना मजबूत लोकतंत्र है सर। मैं तो कभी कभी सोचता हूं अगर आपके दौर में जयप्रकाश जी का आंदोलन हुआ होता, इस सदन में अभी कई लोग हैं जो जयप्रकाश जी के आंदोलन से निकले हुए हैं, इंक्लूडिंग सभापति महोदय। जेपी की आंदोलन की कल्पना करिए, अगर जेपी को इन खाई बाड़ों कटीले तार देखना पड़ता तो क्या होता सर? कई मित्र हमारे बिहार से भी हैं जो जेपी आंदोलन से निकले हैं। एक बार सोचे दलीय दायरों को छोड़ करके कि आंदोलन को डील करने का क्या यह नजरिया उचित है? आप कहिएगा नहीं। ਜਿਵੇਂ ਤੁਹਾਨੂੰ ਦੱਸਿਆ ਗਿਆ ਦੀਪ ਸਿੱਧੂ ਦੇ ਨੌਜਵਾਨ ਵਰਗ ਵਿੱਚ ਬਹੁਤ ਸਾਰੇ ਪ੍ਰਸ਼ੰਸਕ ਹੈਗੇ ਆ। ਇੱਕ ਇਹੋ ਜਿਹਾ ਪ੍ਰਸ਼ੰਸਕ ਨੇ ਦੀਪ ਸਿੱਧੂ ਦੀ ਗ੍ਰਿਫਤਾਰੀ 'ਤੇ ਅਫਸੋਸ ਪ੍ਰਗਟ ਕੀਤਾ ਹੈਗਾ। ਉਹ ਨਾਲ ਹੀ ਉਹਨੇ ਕਿਹਾ ਹੈਗਾ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਨੌਜਵਾਨਾਂ ਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਹੈਗਾ ਅੰਦੋਲਨ ਖਤਮ ਹੋ ਗਿਆ ਹੈਗਾ। ਭਾਵੇਂ ਇਹਨਾਂ ਨੇ ਜਿਹੜੇ ਕਿਸਾਨ ਲੀਡਰਾਂ 'ਤੇ ਵੀ ਕੁਝ ਕਿੰਤੂ ਪਰੰਤੂ ਕੀਤਾ ਹੈਗਾ। ਉਹਨੇ ਕਿਹਾ ਕਿਉਂਕਿ ਇਹ ਕਿਸਾਨਾਂ ਦਾ ਸਟਰਗਲ ਹੈ, ਜਿੰਨੀ ਦੇਰ ਇਹ ਪੂਰੀ ਤਰ੍ਹਾਂ ਕੰਪਲੀਟ ਨਹੀਂ ਹੁੰਦਾ ਸਟਰਗਲ ਜਾਰੀ ਰਹਿਣਾ ਚਾਹੀਦਾ। ਮੋਬਾਈਲ ਨਾ ਹੋਊਗਾ ਤਾਂ ਤੈਨੂੰ ਸੁਣਨ ਨੂੰ ਨਸੀਬ ਨਾ ਹੋਏਗਾ। ਅਸੀਂ ਲੋਕ ਇੰਨੇ ਗਗਰੇ ਧਕਾਣਿਆ ਕਿ ਅਸੀਂ ਆਪਣਿਆਂ ਨੂੰ ਕੋਸਦੇ ਹਾਂ। ਪਹਿਲਾਂ ਜਦੋਂ ਸਾਨੂੰ ਲੋੜ ਸੀ ਭੀੜਾਂ ਇਕੱਠੀਆਂ ਕਰਨ ਦੀ, ਦੀਪ ਸਿੱਧੂ ਮੂਹਰੇ, ਲੱਖਾ ਸਧਾਣਾ ਮੂਹਰੇ, ਜਦੋਂ ਪੰਗਾ ਪੈ ਗਿਆ ਲਾਲ ਕਿਲੇ ਵਾਲੀ ਪਾਣੀ ਵਾਪਰ ਗਈ ਤੇ ਕਿਸਾਨ ਜਥੇਬੰਦੀ ਵਾਲੀ ਚੱਡਿਆਂ ਦੇ ਵਿੱਚ ਦੇ ਕੇ ਪੂੰਛ ਫੁਰ। ਰਾਜ ਕੁਮਾਰ ਵੇਰਕਾ ਕਾਂਗਰਸੀ ਵਿਧਾਇਕ, ਉਹਦਾ ਬਿਆਨ ਆ ਕਿ ਏਜੰਸੀਆਂ ਦਾ ਬੰਦਾ। ਇੱਕ ਵੀਰ ਨੇ ਹੁਣੇ ਕਮੈਂਟ ਕੀਤਾ ਕਿ ਰੁਲਦੂ ਸਿੰਘ ਨੇ ਕਿਹਾ ਕਿ ਚੰਗਾ ਹੋਇਆ ਵੀ ਗ੍ਰਿਫਤਾਰ ਹੋ ਗਿਆ। ਹੁਣ ਮੈਨੂੰ ਆਹ ਦੱਸੋ ਆਪਾਂ ਕੀ ਖੱਟਿਆ ਤੇ ਕੀ ਪਾਇਆ, ਕੀ ਗਵਾਇਆ ਤੇ ਕੀ ਕਮਾਇਆ? ਮੈਨੂੰ ਇਸ ਗੱਲ ਬਾਰੇ ਜਾਣਕਾਰੀ ਜ਼ਰੂਰ ਦੇ ਦਿਓ, ਕਿਉਂਕਿ ਮੈਂ ਵੀ ਕਿਤੇ ਨਾ ਕਿਤੇ ਇੱਕ ਦੋ ਵਾਰ ਦੀਪ ਸਿੱਧੂ ਨੂੰ ਗਲਤ ਕਿਹਾ। ਉਹਦੇ ਤੋਂ ਬਾਅਦ ਆਪਾਂ ਦੀਪ ਸਿੱਧੂ ਦੀ ਹਮਾਇਤ ਕੀਤੀ ਆ। ਕਿਉਂ? ਕਿਉਂਕਿ ਜਦੋਂ ਇੱਕ ਵੀਰ ਨੇ ਕਿਹਾ ਵੀ ਉਹਦੇ ਖਿਲਾਫ ਤੂੰ ਇੱਕ ਵੀਡੀਓ ਕੱਢ ਕੇ ਦਿਖਾ ਦੇ, ਮੇਰੇ ਕੋਲ ਇੱਕ ਵੀਡੀਓ ਨਹੀਂ ਨਿਕਲੀ ਜਿੱਥੇ ਉਹ ਕਹਿ ਸਕਦਾ ਹੋਵੇ ਕਿ ਲਾਲ ਕਿਲੇ 'ਤੇ ਅਸੀਂ ਝੰਡਾ ਚਲਾਉਣਾ। ਲਾਲ ਕਿਲੇ ਤੋਂ ਲੋਕਾਂ ਨੂੰ ਵਾਪਸ ਲੈ ਕੇ ਆਉਣ ਦੀ ਉਹਨੇ ਗੱਲ ਕੀਤੀ ਆ। ਤੇ ਦਿੱਲੀ ਜਦੋਂ ਲਾਲ ਕਿਲੇ ਦੇ ਥੱਲੇ ਉਤਰਿਆ ਵਾ ਵੀਰ ਤੇ ਟਰੈਕਟਰ ਦੇ ਉੱਤੇ ਬੈਠਾ ਸੀ, ਇੱਕ ਵੀਰ ਕਹਿੰਦਾ ਬਾਈ ਫੜੋ ਫੜੋ ਇਹਨੂੰ ਫੜੋ। ਜਥੇਬੰਦੀਆਂ ਦਾ ਆਦਮੀ ਸੀ, ਉਹਦੀ ਆਪਣੀ ਹਿੰਮਤ ਨਹੀਂ ਪਈ। ਉਹ ਫਿਰ ਟਰੈਕਟਰ ਤੋਂ ਉਤਰਿਆ ਤੇ ਜਦੋਂ ਗਾਂਹ ਚੱਲਿਆ ਤੇ ਉਹਦੇ ਮਗਰ ਭੱਜੇ ਨੇ।
ਹੁਣ ਮੈਨੂੰ ਆਹ ਦੱਸੋ ਕਿ ਜਥੇਬੰਦੀਆਂ ਦੇ ਜਿਹੜੇ ਬੰਦੇ ਸੀ ਉਹ ਲਾਲ ਕਿਲ੍ਹੇ ਵੱਲ ਅੰਬ ਲੈਣ ਗਏ ਸੀ ਜਾਂ ਉਹਨਾਂ ਨੂੰ ਨਕਸ਼ੇ ਦਾ ਨਹੀਂ ਸੀ ਪਤਾ? ਗੱਲਾਂ ਬਹੁਤ ਭਿਆਨਕ ਵਾਪਰ ਰਹੀਆਂ ਨੇ। ਆਪਣੇ ਬੰਦਿਆਂ ਨੂੰ ਸਥਿਰ ਰੱਖਣ ਲਈ ਥੋੜ੍ਹਾ ਜਿਹਾ ਸੰਭਵਤਾ ਨਾਲ ਕੰਮ ਲੈਣਾ ਪਏਗਾ ਕਿ ਅਸੀਂ ਉਹ ਕੰਮ ਕਰੀਏ ਜਿਹੜਾ ਕੰਮ ਸਹੀ ਹੋਵੇ, ਕਿਉਂਕਿ ਸਾਨੂੰ ਸੁੱਟਣ ਵਾਸਤੇ ਹੁਣ ਇਹਨਾਂ ਨੇ ਬੜਾ ਜ਼ੋਰ ਲਾਉਣਾ। ਪਰ ਜਿਹੜਾ ਵੀ ਗ੍ਰਿਫਤਾਰ ਹੋਇਆ ਹੁਣ ਉਹਦੀ ਚੜ੍ਹਦੀ ਕਲਾ ਹੋਣੀ ਚਾਹੀਦੀ, ਹੁਣ ਥੱਲੇ ਨਾ ਆਵੇ। ਉਹਦੇ ਲਈ ਪੋਸਟਾਂ ਇਹੋ ਜਿਹੀਆਂ ਬਹੁਤ ਕਿ ਇਹਨਾਂ ਨੂੰ ਵੀ ਪਤਾ ਲੱਗ ਜਾਵੇ ਕਿ ਹਾਂ ਅਸੀਂ ਇਕੱਠੇ ਹਾਂ। ਬਾਕੀ ਇੱਕ ਗੱਲ ਦਾ ਖਿਆਲ ਰੱਖਿਓ ਜੇ, ਕਿਸਾਨ ਮੋਰਚੇ ਦੇ ਵਿੱਚੋਂ ਆਪਣਾ ਰਸ਼ ਨਹੀਂ ਘਟਣਾ ਹੋਣਾ ਚਾਹੀਦਾ। ਜਿਹੜੀਆਂ ਕੋ ਹੋ ਸਕਦਾ ਇਹਨਾਂ ਦੀਆਂ ਪਾਲਿਸੀਆਂ ਹੋਣ ਕਿ ਦੀਪ ਸਿੱਧੂ ਨੂੰ ਗ੍ਰਿਫਤਾਰ ਕਰੀਏ ਤੇ ਨੌਜਵਾਨ ਘਰਾਂ ਨੂੰ ਜਾਣ। ਹੋ ਸਕਦਾ ਇੱਕ ਅੱਧੇ ਦਿਨ ਤੱਕ ਲੱਖੇ ਸਿਧਾਣੇ ਨੂੰ ਵੀ ਗ੍ਰਿਫਤਾਰ ਕਰ ਲੈਣ ਤੇ ਨੌਜਵਾਨਾਂ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕਰਨ। ਪਰ ਦੋਸਤੋ, ਇਹ ਕਿਸਾਨਾਂ ਦਾ ਅੰਦੋਲਨ ਹੈ, ਇਹਨੂੰ ਢਾਹ ਨਹੀਂ ਲੱਗਣੀ ਚਾਹੀਦੀ ਹੈ। ਕਿਸਾਨਾਂ ਦੇ ਨੇਤਾਵਾਂ ਦਾ ਅੰਦੋਲਨ ਨਹੀਂ ਆ, ਉਹਨਾਂ ਕੋਲ ਬਥੇਰੀਆਂ ਜ਼ਮੀਨ ਜਾਇਦਾਦਾਂ। ਆਪਣੇ ਬੰਦਿਆਂ ਨੇ ਦਾ ਜਿਹੜਾ ਹੈਗਾ ਵਾ ਸਿਸਟਮ ਕਿਸਾਨਾਂ ਦਾ, ਜਿਹੜਾ ਅੱਧੇ ਕਿੱਲੇ ਦਾ ਮਾਲਕ, ਕਿੱਲੇ ਦਾ ਮਾਲਕ, 1.5 ਕਿੱਲੇ 2 ਕਿੱਲੇ ਦਾ ਮਾਲਕ ਆ, ਉਹਦੀ ਪਿੱਠ ਨਾ ਲੱਗ ਜੇ। ਇਸ ਕਰਕੇ ਸਾਨੂੰ ਅੰਦੋਲਨ ਦੇ ਵਿੱਚ ਸ਼ਮੂਲੀਅਤ ਪੂਰੀ ਰੱਖਣੀ ਪੈਣੀ ਹੈ। ਬਾਕੀ ਵਾਹਿਗੁਰੂ ਕਿਰਪਾ ਕਰੇ। ਕਿਹੜਾ ਸੀਗਾ ਦੀਪ ਸਿੰਘ ਵਾਲਾ, ਰਜਿੰਦਰ ਸਿੰਘ, ਉਹਨੇ ਜਿਹੜੀ ਗੱਲ ਕਹੀ ਆ 27 ਜਨਵਰੀ ਨੂੰ ਸਟੇਜ ਤੋਂ ਕਿ ਪਤਾ ਨਹੀਂ 26 ਜਨਵਰੀ ਦੀ ਰਾਤ ਨੂੰ, ਉਹ ਗੱਲ ਸ਼ਾਮ ਨੂੰ ਰੱਖਾਂਗੇ। ਤੇ ਉਹ ਗੱਲ ਜਿਹੜੀ ਆ ਬੜੀ ਗਲਤ ਆ ਕਿ ਇੱਕ ਕਿਸਾਨ ਜਥੇਬੰਦੀ ਦਾ ਆਗੂ ਹੋਵੇ ਤੇ ਇੰਨਾ ਗਲਤ ਲਫ਼ਜ਼ ਵਰਤੇ। ਉਹਨੇ ਦੱਲਾ ਲਫ਼ਜ਼ ਦਾ ਇਸਤੇਮਾਲ ਕੀਤਾ ਲੱਖੇ ਸਿਧਾਣੇ ਬਾਬਤ ਵੀ। ਬਾਕੀ ਚਲੋ ਦੇਖਦੇ ਹਾਂ, ਪੈਂਡਾ ਵੀ ਉਹ ਆ, ਰਾਹ ਵੀ ਓਨੇ ਕਿ ਨੇ, ਕਿਲੋਮੀਟਰ ਵੀ ਓਨੇ ਕੀ ਪੈਂਦੇ ਨੇ। ਪਰ ਆਪਣੀ ਹੁਣ ਸਾਹ ਹੀ ਟੁੱਟਣੀ ਨਹੀਂ ਚਾਹੀਦੀ। ਮੋਰਚੇ ਦੇ ਵਿੱਚੋਂ ਨਾ ਕੋਈ ਬੰਦਾ ਵਾਪਸ ਆਵੇ। ਆਹ ਗੱਲਾਂ ਤਾਂ ਹੁਣ ਬਾਅਦ ਚੋਂ ਕਰਾਂਗੇ। सर, मैं पहले भी इस सदन में कह चुका हूं। आप कहते हैं 11 दौर की बातचीत हुई है। दिक्कत क्या है ना सर, किसी भी सत्ता प्रतिष्ठान में एकालाप और वार्तालाप का फर्क समझना चाहिए। देयर इज ए डिफरेंस बिटवीन मोनोलॉग एंड डायलॉग। आपके साथ दिक्कत है कि आप मोनोलॉग को डायलॉग का कपड़ा पहनाते हैं। ऊपर से मैंने माननीय मंत्री महोदय को सुना जो वार्ता में थे, उन्होंने कहा कि हमने ये दिया, हमने वो दिया, हमने ये दिया। सर, लोकतंत्र में खैरात की जुबान नहीं होती है। आप देने वाले कौन होते हैं, हम देने वाले कौन होते हैं? अरे दे तो वो रहे हैं, 303 का आंकड़ा उन्होंने ही दिया आपको, और आगे के 3 और 0 कब उड़ा जाए ये भी वही तय कर देंगे। इसलिए ये जुबान बंद करिए, एकालाप और वार्तालाप के बीच की दूरी को खत्म करिए। सर, मैं पहले भी इस सदन में कह चुका हूं कि देश कागज पर बना नक्शा नहीं है। देश सिर्फ सेना, पुलिस के जवान, जनगण मन, वंदे मातरम नहीं है। देश रिश्तों से बनता है सर, और आपने रिश्तों को रिसा दिया है, रिसा दिया है। जब तक आप इस बात को नहीं समझेंगे कि मुल्क रिश्तों से बनता है, आपने कितने रिश्ते खत्म कर दिए। अरे सरकारें पुल बनाने के लिए अब लाई जाती हैं, चाहे नदियों पर पुल हो या रिश्तों का पुल हो। आपने तो पुल के बदले दीवारें खड़ी कर दी, वो भी कटीली। सीए का आंदोलन हुआ, नागरिकों को नागरिक के खिलाफ खड़ा कर दिया। अब तो कमाल है, मैं तो आपके समाजशास्त्र के ज्ञान से भी चकित हूं कि जिस दिल्ली पुलिस के जवान को आप किसान के खिलाफ खड़ा कर रहे हैं, कभी दिल्ली पुलिस का सोशल प्रोफाइल देख लीजिए। इन इलाकों से जिन इलाकों में यह आंदोलन ज्यादा प्रबल है, वहां का एक बच्चा सरहद पे रहता है, एक बच्चा पुलिस में रहता है और एक बच्चा खेत में रहता है। आप इन बच्चों को वो जायदाद के लिए नहीं लड़ रहे, आपने उन्हें भिड़ा दिया। कहीं तो सोचिए, विराम दीजिए। इसलिए मैं कहता हूं, अवतार सिंह पाश की एक कविता कहूंगा, यदि देश की सुरक्षा यही होती है कि बिना जमीर जिंदा होने जमीर होना जिंदगी के लिए शर्त बन जाए। कितना वक्त है सर? ये आपका 18 मिनट अराटेड टाइम है जी। आपने ऑलरेडी 17 मिनट्स दिया। ओ सर सॉरी, 2 मिनट दे दीजिए बस। 2 मिनट दीजिए। जी सर। आंख की पुतली में हाँक के सिवा कोई शब्द ना हो। आपको सिर्फ हाँ चाहिए आंख की पुतली में, चाहे वो कितनों भी अश्लील हो। पाश कहते हैं, मैं नहीं कह रहा। और मन बदकार पलों के समक्ष हमेशा झुका रहे, तो हमें देश की सुरक्षा से खतरा है, देश को अपनी सुरक्षा से खतरा नहीं है। ये फर्क आपको समझना होगा। माननीय सभापति महोदय, इस 2 मिनट का प्रयोग मैं
आपने किसान को लेकर के जितनी बातें कही उस पर उन बिलों के बारे में पहले मैं बोल चुका हूं पिछले सत्र में। मैं सिर्फ इतना कहना चाहूंगा कि बिहार में एमएसपी 2006 में खत्म की गई। बिहार के किसान की आय के बारे में आपको मैं आंकड़ा दूं उचित नहीं होगा, आपके पास आंकड़ों का भंडार है, आप तो आंकड़े तैयार कर लेते हैं, बल्कि कभी कभी पका भी लेते हैं प्रेशर कुकर में। मैं सिर्फ इतना कहूंगा कि आप बिहार के मॉडल को, हम तो सोच रहे थे कि बिहार को, आप ही की सरकार को दोष नहीं दे रहा हूं, बीती कई सरकारों ने बिहार को लेबर सप्लाई का स्टेट बना के रख दिया है। हमारा काम है मजदूर भेजना पूरे देश में, और हमने कोरोना के काल में वो सब देखा। हम तो सोच रहे थे कि हमारे बिहार का किसान, हालांकि किसान नहीं रहा, वो खेती हर मजदूर हो गया। हम सोच रहे थे कि उन्हें भी पंजाब हरियाणा की तरह। सर, आपने क्या किया? वो मॉडल आप चाह रहे हैं पंजाब हरियाणा में बिहार की तरह हालात हो जाए। कभी कभी मुझे अब इस बात का अंदेशा होता है कि संसद का भी वर्ग चरित्र बदल गया है। अभी संसद में किसान और किसानी समाज से आने वाले लोग अगर होते, आप इतनी आसानी से बुलडोज नहीं कर पाते। मेरे स्वयं के नेता, कई मसले ऐसे आए, लालू प्रसाद जी, उन्होंने ये तय किया, और आपके भी लोग थे, आप उनको भूल चुके हैं, जिन लोगों ने खड़ा होकर के कहा कि ये हम नहीं होने देंगे। सर, अभी भी आपकी रीढ़ किसान और किसानी ही है। ये जो 303 का आंकड़ा आ रहा है ना सर, किसी के कोल्ड स्टोरेज से नहीं आ रहा है, किसी के गोडाउन से नहीं आ रहा है। 303 के आंकड़े को एक बार सर, और मैं इससे पहले कि जय हिंद कहूं, मैं माननीय सभापति महोदय अभी भी हाथ जोड़ के सरकार से आग्रह करूंगा,